आप लिहो तुम कथा सुधारी। सतनाम श्री वाहिगुरु साहिब जीओ। निज बदले मह सेवा हेतु छोरियो सो सतगुरु निकेतो। नंद लाल कै प्रेम विसाला गुर ढिग कर है कहल ना कहला। वाहिगुरु जी का खालसा वाहिगुरु जी की फतेह। सतगुਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀਆਂ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਅਤੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਦੀ ਕਥਾ ਸੁਣ ਰਹੇ ਹੋ। ਸ੍ਰੀ ਹਰਗੋਬਿੰਦਪੁਰ ਨਗਰ ਵਸਾਇਆ। ਇਸ ਧਰਤੀ ਦਾ ਨਾਮ ਬਾਬਾ ਬੁੱਢਾ ਜੀ ਨੇ ਰੋਹੇਲਾ ਤੋਂ ਬਦਲ ਕੇ ਪਹਿਲਾ ਨਾਮ ਸੀ ਰੋਹੇਲਾ। ਬਾਬਾ ਜੀ ਨੇ ਨਾਮ ਸ੍ਰੀ ਹਰਗੋਬਿੰਦਪੁਰ ਰੱਖਿਆ। ਇੱਥੇ ਬੜੇ ਬੜੇ ਕਮਾਈਆਂ ਵਾਲੇ ਗੁਰਸਿੱਖ ਗੁਰੂ ਦੀ ਸੇਵਾ 'ਚ ਹਾਜ਼ਰ ਰਹੇ, ਜਿਨ੍ਹਾਂ ਵਿੱਚੋਂ ਇੱਕ ਜਾਨੀ ਮੁਸਲਮਾਨ ਫਕੀਰ ਕਸ਼ਮੀਰ ਦਾ ਰਹਿਣ ਵਾਲਾ, ਇੱਕ ਖਵਾਜਾ ਉਹ ਵੀ ਕਸ਼ਮੀਰੀ ਮੁਸਲਮਾਨ ਸੀ। ਦੋਵੇਂ ਗੁਰੂ ਸਾਹਿਬ ਦੀ ਸੇਵਾ ਕਰਕੇ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮੀ ਬਣ ਗਏ ਔਰ ਇਸ਼ਕ ਹਕੀਕੀ ਕੀ ਹੁੰਦਾ ਹੈ ਉਹ ਇਹਨਾਂ ਨੂੰ ਸੱਚੇ ਪਾਤਸ਼ਾਹ ਨੇ ਸੋਝੀ ਕਰਾਈ ਅਤੇ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਕਰਾ ਦਿੱਤੇ। ਫਿਰ ਸਤਿਗੁਰੂ ਜੀ ਨੇ ਇਹਨਾਂ 'ਤੇ ਕਿਰਪਾ ਕੀਤੀ। ਇਹਨਾਂ ਨੂੰ ਕਿਹਾ ਜਾਓ ਹੁਣ ਆਪਣੇ ਇਲਾਕਿਆਂ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਦਾ ਪ੍ਰਚਾਰ ਕਰੋ, ਭੁੱਲੀ ਭਟਕੀ ਮਨੁੱਖਤਾ ਨੂੰ ਸੱਚੇ ਮਾਰਗ 'ਤੇ ਤੋਰੋ, ਸਰਬੱਤ ਦਾ ਭਲਾ ਕਰੋ। ਇਹ ਕੁਝ ਸਮਾਂ ਹੋਰ ਗੁਰੂ ਸੇਵਾ 'ਚ ਰਹੇ ਨੇ। ਇੱਕ ਨੰਦ ਲਾਲ ਨਾਮ ਦਾ ਕੋਈ ਹਿੰਦੂ ਪਰਿਵਾਰ ਵਿੱਚੋਂ ਬੱਚਾ ਉਹ ਇਹਨਾਂ ਦਾ ਸੇਵਕ ਬਣਿਆ। ਇਹਨਾਂ ਨੇ ਉਸ ਨੰਦ ਲਾਲ ਨੂੰ ਆਪਣੀ ਥਾਂ 'ਤੇ ਗੁਰੂ ਸਾਹਿਬ ਦੇ ਘੋੜੇ ਦੀ ਸੇਵਾ ਦਿੱਤੀ। ਹੋਰ ਸੇਵਾ ਸੌਂਪ ਕੇ ਆਪ ਤਾਂ ਚਲੇ ਗਏ ਅਤੇ ਗੁਰੂ ਸਾਹਿਬ ਜੀ ਦੀ ਸੇਵਾ 'ਚ ਨੰਦ ਲਾਲ ਵੀ ਆਪਣਾ ਜੀਵਨ ਸਫਲਾ ਕਰਨ ਲੱਗਾ। ਆਓ ਇਹ ਕਥਾ ਪ੍ਰੇਮ ਨਾਲ ਸੁਣੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਨਿਓ ਬਾਕ ਕਰਹਿ ਹਮ ਐਸੇ। ਮਹਾਰਾਜ ਕਹਿੰਦੇ ਭਾਈ ਹੁਣ ਤੁਹਾਡੀ ਘਾਲਣਾ ਸਫਲ ਹੋ ਗਈ ਹੈ, ਸੇਵਾ ਸਫਲੀ ਹੋ ਗਈ। ਹੁਣ ਆਪਣੇ ਨਗਰਾਂ ਨੂੰ ਜਾਂ ਆਪਣੇ ਇਲਾਕਿਆਂ ਨੂੰ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਜਾਓ ਅਤੇ ਪਰਮੇਸ਼ਰ ਦੇ ਨਾਮ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਕਰੋ। ਉਹਨਾਂ ਨੇ ਸਤਿਗੁਰਾਂ ਦਾ ਬਚਨ ਮੰਨ ਕੇ ਆਖਿਆ ਹਾਂ ਗੁਰੂ ਜੀ, ਅਸੀਂ ਆਪ ਦਾ ਹੁਕਮ ਮੰਨਾਂਗੇ, ਜਿਵੇਂ ਆਪ ਜੀ ਨੇ ਫਰਮਾਇਆ ਹੈ ਉਵੇਂ ਹੀ ਕਰਾਂਗੇ। ਰਹੇ ਕਿਤਕ ਦਿਨ ਪੂਰਬ ਜੈਸੇ। ਜਿਵੇਂ ਕੁਝ ਸਮਾਂ ਪਹਿਲਾਂ ਗੁਰੂ ਜੀ ਕੋਲ ਰਹੇ ਸੀ, ਫਿਰ ਵੀ ਕੁਝ ਦਿਨ ਰਹੇ ਹਨ। ਟਹਿਲ ਕਰਹਿ ਨਿਜ ਹੱਥਨ ਸਾਥ। ਸੇਵਾ ਨਹੀਂ ਛੱਡੀ, ਸੇਵਾ ਆਪਣੇ ਹੱਥਾਂ ਨਾਲ ਸਤਿਗੁਰਾਂ ਦੀ ਕਰਦੇ ਰਹਿੰਦੇ ਹਨ। ਚਰਨ ਸਪਰਸ ਹੈ ਸ਼੍ਰੀ ਗੁਰਨਾਥ। ਔਰ ਗੁਰੂ ਮਹਾਰਾਜ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਂਦੇ ਹਨ। ਬੇਪਰਵਾਹ ਮਗਨ ਮਨ ਰਹਿ। ਭਾਈ ਜਾਨੀ ਤੇ ਭਾਈ ਖਵਾਜਾ ਦੋਵੇਂ ਬੇਪਰਵਾਹ ਪਰਮਾਤਮਾ ਦੇ ਨਾਮ ਵਿੱਚ ਮਗਨ ਰਹਿੰਦੇ ਹਨ। ਗੁਰ ਸ਼ਰਧਾ ਕੋ ਔਰ ਨਿਰਭੈ। ਔਰ ਗੁਰੂ ਦੇ ਉੱਤੇ ਸ਼ਰਧਾ ਰੱਖਦੇ ਹਨ, ਬੜੇ ਪ੍ਰੇਮ ਨਾਲ ਸੇਵਾ ਕਰਦੇ ਹਨ। ਮਨ ਸੰਕਲਪ ਸੋ ਜਥਾ ਉਠਾਏ। ਮਨ ਵਿੱਚ ਜੇ ਕੋਈ ਫੁਰਨਾ ਉੱਠਦਾ ਹੈ ਨੰਦ ਲਾਲ ਤਿਨਕੇ ਢਿਗ ਆਏ। ਉਹ ਪੂਰਾ ਹੋ ਜਾਂਦਾ। ਇਹਨਾਂ ਦੇ ਮਨ 'ਚ ਫੁਰਨਾ ਉੱਠਿਆ ਵੀ ਅਸੀਂ ਤਾਂ ਚਲੇ ਜਾਣਾ ਅਤੇ ਮਹਾਰਾਜ ਦੇ ਘੋੜੇ ਦੀ ਸੇਵਾ ਕੌਣ ਕਰੇਗਾ ਸਾਡੇ ਪਿੱਛੋਂ। ਕੋਈ ਸੇਵਾਦਾਰ ਹੁੰਦਾ ਉਹਨੂੰ ਸੌਂਪ ਕੇ ਸੇਵਾ ਜਾਵਾਂਗੇ। ਇਹ ਅਜੇ ਮਨ 'ਚ ਸੋਚ ਹੀ ਰਹੇ ਸਨ ਕਿ ਇੱਕ ਨੰਦ ਲਾਲ ਨਾਮ ਦਾ ਬੱਚਾ ਨੌਜਵਾਨ ਇਹਨਾਂ ਨੂੰ ਮਿਲ ਗਿਆ। ਦੋਇਨ ਆਪਣਾ ਚੇਲਾ ਕੀਨਸ। ਇਹ ਨੰਦ ਲਾਲ ਨੂੰ ਦੋਵਾਂ ਨੇ ਆਪਣਾ ਚੇਲਾ ਬਣਾ ਲਿਆ। ਪ੍ਰਭ ਕੋ ਪੰਥ ਤਾਹੇ ਕੋ ਦੀਨਸ। ਤੇ ਨੰਦ ਲਾਲ ਨੂੰ ਸਿੱਖੀ ਦਾ ਮਾਰਗ ਦੱਸਿਆ। ਕਹਿਣ ਲੱਗੇ ਭਾਈ ਗੁਰੂ ਕੀ ਸੇਵਾ ਹੀ ਸਭ ਕੁਛ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਦੇਖੋ ਸਾਧ ਸੰਗਤ ਜੀ, ਦੋ ਮੁਸਲਮਾਨ ਗੁਰੂ ਦੀ ਸੇਵਾ ਕਰਕੇ ਬ੍ਰਹਮ ਗਿਆਨੀ ਬਣ ਗਏ ਅਤੇ ਅੱਗੋਂ ਉਹਨਾਂ ਦਾ ਚੇਲਾ ਇੱਕ ਹਿੰਦੂ ਪਰਿਵਾਰ ਦਾ ਬੱਚਾ ਨੰਦ ਲਾਲ, ਉਹ ਵੀ ਹੁਣ ਸੇਵਾ 'ਚ ਆ ਗਿਆ। ਉਹਨੂੰ ਵੀ ਸਮਝਾਇਆ ਭਾਈ ਸੇਵਾ ਕਰ। ਸਾਧ ਸੰਗਤ ਜੀ ਇੱਥੇ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਕੋਈ ਸਵਾਲ ਨਹੀਂ। ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਕੋ।
ਗੁਰੂ ਘਰ ਜਿਹੜਾ ਵੀ ਆ ਗਿਆ ਨਾ ਸੇਵਾ ਕਰਨ ਪ੍ਰੇਮ ਨਾਲ ਸ਼ਰਧਾ ਨਾਲ, ਉਹ ਗੁਰੂ ਦਾ ਹੀ ਹੈ। ਅਤੇ ਜਿਹੜਾ ਗੁਰੂ ਘਰ ਨਾਲ ਮੱਥਾ ਲਾਈ ਬੈਠਾ ਹੈ ਉਹ ਭਾਵੇਂ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਉਹਨੂੰ ਕੁਛ ਵੀ ਨਹੀਂ ਮਿਲਣਾ। ਇੱਥੇ ਤਾਂ ਗੁਰੂ ਘਰ ਤੋਂ ਬਸ ਸ਼ਰਧਾ ਨਾਲ ਹੀ ਦਾ ਝੋਲੀਆਂ ਭਰਨੀਆਂ ਨੇ। ਨੰਦ ਲਾਲ ਗੁਰੂ ਸਾਹਿਬ ਦਾ ਸੇਵਕ ਬਣ ਗਿਆ ਭਾਈ ਜਾਨੀ ਤੇ ਭਾਈ ਖਵਾਜੇ ਦੀ ਸੰਗਤ ਕਰਕੇ। ਕਰ ਉਪਦੇਸ਼ ਕਹਿਓ ਤਿਸ ਤਾਈ, ਉਸ ਬੱਚੇ ਨੂੰ ਇਹਨਾਂ ਨੇ ਦੋਵਾਂ ਨੇ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ। ਸੇਵਾ ਕੀਜਹਿ ਗੁਰ ਗੋਸਾਈ। ਦੇਖ ਬੇਟਾ, ਇਹ ਮਨੁੱਖਾ ਜਨਮ ਜੇ ਤੂੰ ਸਫਲਾ ਕਰਨਾ ਤੇ ਗੁਰੂ ਕੋਲ ਰਹੀਂ, ਅਸੀਂ ਚਲੇ ਜਾਣਾ, ਸਾਡੇ ਤੋਂ ਪਿੱਛੇ ਗੁਰੂ ਦੀ ਸੇਵਾ ਕਰਦਾ ਰਵੀਂ। ਨਿਜ ਬਦਲੇ ਮਹਿ ਸੇਵਾ ਹੇਤ, ਔਰ ਆਪਣੀ ਥਾਂ ਤੇ ਉਸ ਬੱਚੇ ਨੂੰ ਸੇਵਾ 'ਚ ਛੱਡ ਦਿੱਤਾ। ਛੋਰਿਓ ਸੋ ਸਤਿਗੁਰੂ ਨਿਕੇਤ। ਗੁਰੂ ਘਰ ਦੇ ਸੇਵਾ ਦੇ ਪਹਿਰੇ ਤੇ ਜਿਹੜੀ ਸੇਵਾ ਇਹਨਾਂ ਨੂੰ ਮਿਲੀ ਹੋਈ ਸੀ, ਆਪਣੇ ਚੇਲੇ ਨੰਦ ਲਾਲ ਨੂੰ ਛੱਡ ਕੇ ਨੰਦ ਲਾਲ ਕੈ ਪ੍ਰੇਮ ਵਿਸਾਲਾ, ਤੇ ਆਪ ਇਹ ਆਪਣੇ ਧਰਮ ਪ੍ਰਚਾਰ ਲਈ ਇੱਥੋਂ ਚਲੇ ਗਏ। ਨੰਦ ਲਾਲ ਦੇ ਮਨ 'ਚ ਬੜਾ ਪ੍ਰੇਮ ਸੀ ਸਿੱਖੀ ਦਾ। ਗੁਰ ਢਿਗ ਕਰਹਿ ਘਾਲ ਨਾ ਘਾਲਾ। ਨੰਦ ਲਾਲ ਵੀ ਆਪਣੇ ਉਸਤਾਦਾਂ ਦੀ ਤਰ੍ਹਾਂ, ਖਵਾਜੇ ਔਰ ਜਾਨੀ ਦੀ ਤਰ੍ਹਾਂ ਘਾਲਣ ਲੱਗਾ। ਸੇਵਾ ਦੀ ਬੜੀ ਡਾਢੀ ਕਰੜੀ ਘਾਲਣਾ ਘਾਲਦਾ ਹੈ। ਸੁੰਦਰ ਤਿਹ ਸਰੂਪ ਗੁਰ ਹੇਰਾ। ਉਹ ਲੜਕਾ ਬੜਾ ਸੋਹਣਾ ਸੀਗਾ, ਸੁੰਦਰ ਬੜਾ ਸੀ। ਉਮਰ ਵੀ ਉਹਦੀ 20-22 ਸਾਲ ਦੀ ਤੇ ਮੁੱਛ ਫੁੱਟਦੀ, ਬੜਾ ਸੋਹਣਾ ਸੁੰਦਰ ਸੁਨੱਖਾ ਜਵਾਨ ਵੇਖਿਆ। ਜਿਸ ਕੈ ਮਨ ਅਨੁਰਾਗ ਕਨੇਰਾ। ਔਰ ਇਹਦੇ ਮਨ 'ਚ ਪ੍ਰੇਮ ਵੀ ਬੜਾ। ਇੱਕ ਮਹਾਰਾਜ ਨੇ ਸੁੰਦਰਤਾ ਜਵਾਨੀ ਦਿੱਤੀ ਹੋਈ ਤੇ ਇੱਕ ਗੁਰੂ ਦੇ ਚਰਨਾਂ ਦਾ ਪ੍ਰੇਮ ਦਿੱਤਾ ਹੋਇਆ ਸੀ। ਹਾਂਜੀ, ਹੋਏ ਪ੍ਰਸੰਨ ਸੋਹਿਣਾ ਨਾਮ। ਗੁਰੂ ਜੀ ਖੁਸ਼ ਹੋ ਗਏ 6ਵੇਂ ਪਾਤਸ਼ਾਹ ਉਹਦੀ ਸੇਵਾ ਤੋਂ, ਤੇ ਉਹਦਾ ਨਾਮ ਭਾਈ ਸੋਹਣਾ ਰੱਖ ਦਿੱਤਾ। ਉਦੋਂ ਉਹਨੂੰ ਮਹਾਰਾਜ ਸੋਹਣਾ ਕਰਕੇ ਬੁਲਾਇਆ ਕਰਦੇ ਸੀ। ਇਤਿਹਾਸ ਵਿੱਚ ਨੰਦ ਲਾਲ ਸੋਹਣਾ ਕਰਕੇ ਵੱਜਦਾ। ਨੰਦ ਲਾਲ ਕਈ ਹੋਏ ਨੇ। ਇੱਕ ਨੰਦ ਲਾਲ ਭਾਈ ਨੰਦ ਲਾਲ ਜੀ ਮਹਾਕਵੀ, ਫਾਰਸੀ ਭਾਸ਼ਾ ਦੇ, ਅਰਬੀ ਦੇ, ਸੰਸਕ੍ਰਿਤ ਦੇ, ਬਹੁਤ ਸਾਰੀਆਂ ਭਾਸ਼ਾ ਦੇ ਵਿਦਵਾਨ ਹੋਏ ਨੇ, ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਭਾ ਦਾ ਸ਼ਿੰਗਾਰ ਮੰਨਿਆ ਜਾਂਦਾ। 52 ਕਵੀਆਂ ਦੇ ਸ਼੍ਰੋਮਣੀ ਕਵੀ। ਇਹ ਨੰਦ ਲਾਲ ਹੋਇਆ 6ਵੇਂ ਪਾਤਸ਼ਾਹ ਦੇ ਸਮੇਂ, ਜਿਹਦਾ ਨਾਮ ਗੁਰੂ ਜੀ ਨੇ ਨੰਦ ਲਾਲ ਸੋਹਣਾ ਰੱਖਿਆ ਸੀ। ਤਿਸ ਕੋ ਭਾਖਤ ਭੇ ਸੁਖ ਧਾਮ। ਸੁੱਖਾਂ ਦੇ ਘਰ ਸਤਿਗੁਰੂ 6ਵੇਂ ਪਾਤਸ਼ਾਹ ਉਸ ਨੂੰ ਨੰਦ ਲਾਲ ਨੂੰ ਸੋਹਣਾ ਕਰਕੇ ਬੁਲਾਉਂਦੇ ਸੀ, ਆਵਾਜ਼ ਮਾਰਦੇ ਸੀ, ਉਹ ਸੋਹਣਿਆ। ਤੇ ਉਹ ਮਹਾਰਾਜ ਦੀ ਸੇਵਾ 'ਚ ਦੌੜਿਆ ਹੀ ਆਉਂਦਾ ਸੀ। ਘੋੜੇ ਨੂੰ ਖਰਖਣਾ ਫੇਰਨਾ, ਘੋੜੇ ਦੀ ਮਾਲਿਸ਼ ਕਰਨੀ, ਘੋੜੇ ਨੂੰ ਪੱਠੇ ਪਾਣੇ, ਪਾਣੀ ਪਿਆਣਾ, ਹੋਰ ਵੀ ਕੋਈ ਸੇਵਾ ਹੋਵੇ ਭੱਜ ਭੱਜ ਕੇ ਕਰਦਾ ਸੀ। ਤਿਸ ਦਿਨ ਤੇ ਪ੍ਰਸਿੱਧ ਸਭ ਮਹੀਆ। ਜਿਸ ਦਿਨ ਤੋਂ ਮਹਾਰਾਜ ਨੇ ਉਹਦਾ ਨਾਮ ਕਿਹਾ ਨਾ ਸੋਹਣਾ, ਸਾਰਿਆਂ ਵਿੱਚ ਹੀ, ਸਿੱਖਾਂ ਵਿੱਚ, ਸੰਗਤਾਂ ਵਿੱਚ ਉਹਦਾ ਨਾਮ ਸੋਹਣਾ ਹੀ ਪੈ ਗਿਆ। ਨੰਦ ਲਾਲ ਤੇ ਘੱਟ ਜਾਣਦੇ ਸੀ, ਸੋਹਣੇ ਨੂੰ ਸਾਰੇ ਜਾਣਦੇ ਸੀ। ਹਾਂਜੀ, ਨਾਮ ਸੋਹਿਣਾ ਜਿਸ ਕਿਸ ਕਹੀਆ। ਜਿਹੜਾ ਕਿਹੜਾ ਉਹਦਾ ਨਾਂ ਭਾਈ ਸੋਹਣਾ ਕਰਕੇ ਬੁਲਾਉਣ ਲੱਗੇ। ਸਤਿਗੁਰ ਕੋ ਸੇਵੇ ਨਿਸ਼ਕਾਮ। ਤੇ ਭਾਈ ਸੋਹਣਾ ਵੀ ਸੇਵਾ ਬੜੇ ਨਿਸ਼ਕਾਮ ਹੋ ਕੇ ਕਰਦਾ ਸੀ। ਕੁਛ ਮੰਗਦਾ ਨਹੀਂ ਸੀ ਗੁਰੂ ਤੋਂ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਸੇਵਾ ਕਰਦਾ ਸੀ ਗੁਰੂ ਜੀ ਦੀ। ਮਨ ਧਾਵਤ ਪਾਇਓ ਬਿਸਰਾਮ। ਤੇ ਸੇਵਾ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਮਨ ਵੀ ਟਿਕ ਗਿਆ। ਮਨ ਦੀ ਜਿਹੜੀ ਭਟਕਣਾ ਹੈ ਨਾ, ਮਨ ਸਾਡਾ ਹਰ ਵੇਲੇ ਭਟਕਦਾ ਰਹਿੰਦਾ, ਇਹ ਸੇਵਾ ਨਾਲ ਠੀਕ ਹੋ ਜਾਂਦਾ। ਸੇਵਾ ਕਰਦੇ ਕਰਦੇ ਨਾ ਫਿਰ ਮਨ ਸ਼ਾਂਤ ਹੋ ਗਿਆ। ਹਾਂਜੀ, ਦੋਹਰਾ ਸ੍ਰੀ ਗੁਰ ਹਰਗੋਬਿੰਦ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀਆਂ ਪੀਰੀਆਂ ਦੇ ਮਾਲਕ, ਕਰਤ ਦਾਸ ਕਲਿਆਣ। ਆਪਣੇ ਸਿੱਖਾਂ ਦਾ ਭਲਾ ਕਰਦੇ ਨੇ, ਕਲਿਆਣ ਕਰਦੇ ਨੇ। ਇੱਕ ਦਿਨ ਬੈਠੇ ਸਭਾ ਮਹਿ। ਇੱਕ ਦਿਨ ਮਹਾਰਾਜ 6ਵੇਂ ਪਾਤਸ਼ਾਹ ਦੀਵਾਨ 'ਚ ਬੈਠੇ ਸਨ। ਉਡਗਣ ਚੰਦ ਸਮਾਨ। ਜਿਵੇਂ ਤਾਰਿਆਂ ਵਿੱਚ ਚੰਦਰਮਾ ਸ਼ੋਭਦਾ ਨਾ, ਇਉਂ ਸੰਗਤਾਂ ਵਿੱਚ ਸ਼ੋਭਾ ਪਾ ਰਹੇ ਸਨ 6ਵੇਂ ਪਾਤਸ਼ਾਹ ਜੀ। ਚੌਪਈ ਦਰਸ਼ਨ ਕਰਹਿ ਸਿੱਖ ਸੁਖ ਪਾਵਹਿ। ਸਾਧ ਸੰਗਤ ਜੀ ਗੁਰੂ ਜੀ ਦੇ ਦਰਸ਼ਨ ਕਰ ਕਰਕੇ ਸਿੱਖ ਸੁਖ ਪਾ ਰਹੇ ਸਨ। ਮਹਾ ਪ੍ਰੇਮ ਤੇ ਬਲ ਬਲ ਜਾਵਹਿ। ਔਰ ਬੜੇ ਪ੍ਰੇਮ ਨਾਲ ਗੁਰੂ ਤੋਂ ਵਾਰੇ ਵਾਰੇ ਜਾਂਦੇ ਸਨ, ਬਲਿਹਾਰ ਜਾਂਦੇ ਸਨ। ਸ੍ਰੀ ਹਰਗੋਬਿੰਦ ਆਨੰਦ ਧਾਰਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋ ਕੇ ਸਾਹਿਬ ਬੁੱਢੇ ਸਮੁਖ ਨਿਹਾਰਾ। ਬਾਬਾ ਬੁੱਢਾ ਜੀ ਵੱਲ ਵੇਖਿਆ। ਬਾਬਾ ਬੁੱਢਾ ਜੀ ਕੋਲ ਬੈਠੇ ਨੇ
ਛੇਵੇਂ ਪਾਤਸ਼ਾਹ ਉਹਨਾਂ ਵੱਲ ਦੇਖ ਕੇ ਹੱਥ ਜੋੜ ਕੇ ਕਹਿਣ ਲੱਗੇ, ਸੁੰਦਰ ਬਾਕ ਬਿਲਾਸ ਬਖਾਨਾ। ਬੜੇ ਸੁੰਦਰ ਬਚਨ ਛੇਵੇਂ ਪਾਤਸ਼ਾਹ ਨੇ ਸ਼ੁਰੂ ਕੀਤੇ। ਹੇ ਭਾਈ ਤੁਮ ਬੈਸ ਮਹਾਨਾ। ਇਹ ਬਾਬਾ ਬੁੱਢਾ ਜੀ ਮਹਾਂਪੁਰਸ਼ੋ, ਤੁਹਾਡੀ ਉਮਰ ਬੜੀ ਵੱਡੀ ਹੋ ਗਈ ਹੈ। ਸਾਧ ਸੰਗਤ ਜੀ, ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਨੇ, ਉਦੋਂ ਬਾਬਾ ਬੁੱਢਾ ਜੀ ਦੀ ਉਮਰ 101 ਸਾਲ ਦੀ ਸੀ, ਤੇ ਉਸ ਤੋਂ ਲਗਭਗ 25 ਸਾਲ ਹੋਰ ਬਾਬਾ ਜੀ ਬਾਅਦ ਸੰਸਾਰ ਨੂੰ ਦਰਸ਼ਨ ਦਿੰਦੇ ਰਹੇ, ਤੇ 125 ਸਾਲ ਦੀ ਉਮਰ ਵਿੱਚ ਸੱਚਖੰਡ ਦੇ ਕਮਰ ਕਸੇ ਕੀਤੇ। ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਨੇ, ਬਾਬਾ ਜੀ ਤੁਹਾਡੀ ਉਮਰ ਬਹੁਤ ਹੋ ਚੁੱਕੀ ਹੈ। ਸ਼੍ਰੀ ਨਾਨਕ ਕੀ ਕੀਨੀ ਸੇਵਾ। ਤੁਸੀਂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਹੈ। ਸੇਵੇ ਸ਼੍ਰੀ ਅੰਗਦ ਗੁਰਦੇਵਾ। ਤੇ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਵੀ ਸੇਵਾ ਕੀਤੀ ਹੈ। ਤਿਨ ਕੀ ਜਗਤ ਅਪਰ ਸ਼ੁਭ ਕਰਨੀ। ਅੱਛਾ, ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵੀ ਬੜੇ ਖੁੱਲ੍ਹੇ ਦਰਸ਼ਨ ਕੀਤੇ, ਤੇ ਗੁਰੂ ਅੰਗਦ ਦੇਵ ਜੀ ਸਾਰੇ ਗੁਰੂਆਂ ਦੇ ਨਾਲ ਰਹੇ ਹੋ। ਉਹਨਾਂ ਦੀ ਕਰਨੀ ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੀ ਹੈ, ਜੋ ਗੁਰੂ ਸਾਹਿਬ ਦੇ ਕੌਤਕ ਵੇਖੇ ਹਨ, ਕਰੀ ਨਿਹਾਰਨ ਦੁਰਮਤ ਦਰਨੀ। ਜੋ ਗੁਰੂ ਸਾਹਿਬ ਦੀ ਕਰਨੀ ਸੀ ਨਾ, ਸਤਿਗੁਰੂ ਨਾਨਕ ਦੇਵ ਜੀ ਲੋਕਾਂ ਦੀ ਮਾੜੀ ਮੱਤ ਨੂੰ ਦਲ ਦਿੰਦੇ ਸੀ, ਖਤਮ ਕਰ ਦਿੰਦੇ ਸਨ। ਦਰਨੀ ਮੈਨੇ ਦਲ ਕੇ ਸੁੱਟ ਦੇਣਾ, ਨਾਸ ਕਰ ਦੇਣਾ। ਧੰਨ ਗੁਰੂ ਨਾਨਕ ਦੇਵ ਜੀ ਜਿਹਦੇ ਵੱਲ ਵੀ ਦੇਖਦੇ ਸਨ, ਕਿਸੇ ਬੰਦੇ ਵੱਲ, ਕੌਡੇ ਰਾਖਸ਼ ਵੱਲ ਇੱਕੋ ਹੀ ਨਿਗਾਹ ਪਾਈ ਸੀ, ਤੇ ਖੋਟੀ ਮੱਤ ਉਹਦੀ ਖਤਮ ਕਰਤੀ ਸੀ। ਸੱਜਣ ਠੱਗ ਵੱਲ ਇੱਕੋ ਨਿਗਾਹ ਫੇਰੀ ਸੀ, ਉਹਦੇ ਅੰਦਰੋਂ ਠੱਗੀ ਕੱਢ ਦਿੱਤੀ ਸੀ। ਚੋਰਾਂ ਯਾਰਾਂ ਠੱਗਾਂ ਬੇਈਮਾਨਾਂ ਨੂੰ ਸਾਧੂ ਸੰਤ ਬਣਾ ਦਿੱਤਾ ਸੀ। ਇਹੋ ਜਿਹੀ ਗੁਰੂ ਨਾਨਕ ਦੀ ਕਰਨੀ, ਉਹਨਾਂ ਦੇ ਕੌਤਕ ਤੁਸੀਂ ਆਪਣੀਆਂ ਅੱਖਾਂ ਨਾਲ ਲਾਈਵ ਦੇਖੇ ਹਨ। ਹਾਂਜੀ, ਜਥਾ ਚਰਿਤਰ ਕੀਏ ਸ਼੍ਰੀ ਨਾਨਕ। ਜੋ ਮਹਾਰਾਜ ਜੀ ਨੇ ਕੌਤਕ ਕੀਤੇ ਨੇ, ਚਰਿੱਤਰ ਕੀਤੇ ਨੇ ਗੁਰੂ ਨਾਨਕ ਦੇਵ ਜੀ ਨੇ, ਬਾਕ ਅਮੋਲ ਮਨੋ ਮਨ ਮਾਨਕ। ਤੇ ਉਹਨਾਂ ਦੇ ਜਿਹੜੇ ਬਚਨ ਸਨ ਉਹ ਤੁਸੀਂ ਸੁਣੇ ਨੇ, ਉਹਨਾਂ ਦੇ ਕੌਤਕ ਦੇਖੇ ਨੇ, ਉਹਨਾਂ ਦੀ ਬਾਣੀ ਤੁਸੀਂ ਲਾਈਵ ਸੁਣੀ ਹੈ। ਕੋਲ ਬਹਿ ਕੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਬਾਬਾ ਜੀ। ਭੁਗਤ ਮੁਕਤ ਸਭ ਹਾਜ਼ਰ ਜਿਨ ਕੇ। ਧੰਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਚਰਨਾਂ 'ਚ ਮੁਕਤੀ ਵੀ ਰਹਿੰਦੀ ਸੀ ਤੇ ਭੁਗਤੀ ਵੀ ਹਾਜ਼ਰ ਰਹਿੰਦੀ ਸੀ। ਜੇ ਕੋਈ ਸਿੱਖ ਆ ਕੇ ਭੁਗਤੀ ਮੰਗੇ, ਉਹਨੂੰ ਭੁਗਤੀ ਦੇ ਦਿੰਦੇ ਸਨ। ਜੇ ਕੋਈ ਮੁਕਤੀ ਮੰਗੇ, ਉਹਨੂੰ ਮੁਕਤੀ ਦੇ ਦਿੰਦੇ ਸਨ। ਭੁਗਤੀ ਕਹਿੰਦੇ ਨੇ ਸੰਸਾਰ ਦੇ ਰਾਜ ਭਾਗ ਸੁੱਖ, ਸਰੀਰ ਰਾਜੀ ਰਵੇ, ਰੋਟੀ ਖਾਣ ਨੂੰ ਚੰਗੀ ਹੋਵੇ, ਘਰ-ਬਾਰ ਮਕਾਨ ਹੋਵੇ, ਬੱਚੇ ਠੀਕ ਸੈਟਲ ਹੋ ਜਾਣ, ਕਿਸੇ ਚੀਜ਼ ਦੀ ਕਮੀ ਨਾ ਹੋਵੇ, ਇਹਨੂੰ ਕਹਿੰਦੇ ਆ ਭੁਗਤੀ, ਭੁਗਤ। ਤੇ ਜਿਹੜਾ ਆਤਮਾ ਹੈ ਸਾਡੀ, ਉਹਨੂੰ ਪਰਮਾਤਮਾ ਨਾਲ ਮਿਲ ਜਾਵੇ, ਇਹ ਹੈ ਮੁਕਤੀ। ਤੇ ਮਹਾਰਾਜ ਕਹਿੰਦੇ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਗੁਰੂ ਨਾਨਕ ਦੇ ਚਰਨਾਂ 'ਚ ਮੁਕਤੀ ਵੀ ਹੈ, ਗੁਰੂ ਨਾਨਕ ਦੇ ਚਰਨਾਂ 'ਚ ਭੁਗਤੀ ਵੀ ਹੈ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਸਤਿਗੁਰੂ ਆਪਣੇ ਸਿੱਖਾਂ ਦੀਆਂ ਝੋਲੀਆਂ ਭਰਦੇ ਸਨ। ਕਰੇ ਕਰਮ ਹੇਰੇ ਤੁਮ ਤਿਨ ਕੇ। ਤੁਸੀਂ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿੰਦੇ ਸੋ ਬਾਬਾ ਬੁੱਢਾ ਜੀ, ਤੁਸੀਂ ਸਾਰਾ ਕੁਝ ਅੱਖਾਂ ਨਾਲ ਦੇਖਿਆ ਹੈ। ਸ਼੍ਰੀ ਅੰਗਦ ਗੁਰ ਅਮਰ ਗੁਸਾਈ। ਫਿਰ ਤੁਸੀਂ 12 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਰਹੇ ਹੋ। 12 ਸਾਲ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਰਹੇ। ਉਹ 12 ਸਾਲ ਦਾ ਸਮਾਂ ਤੁਸੀਂ ਸੇਵਾ ਕੀਤੀ ਉਹਨਾਂ ਦੀ। ਸਭ ਲੀਲਾ ਜਮਕੀਨ ਸੁਹਾਈ। ਫਿਰ ਗੁਰੂ ਅਮਰਦਾਸ ਜੀ 22 ਸਾਲ ਗੱਦੀ 'ਤੇ ਰਹੇ, ਉਹ ਵੀ ਤੁਸੀਂ ਸੇਵਾ ਕੀਤੀ ਹੈ। ਸੁਖਦ ਕਰੀ ਜਸ ਤਿਨ ਹੋ ਕਰਨੀ। ਜਿਵੇਂ ਉਹਨਾਂ ਗੁਰੂ ਸਾਹਿਬਾਂ ਨੇ ਕੌਤਕ ਕੀਤੇ ਨੇ, ਉਹਨਾਂ ਦਾ ਇਤਿਹਾਸ ਹੈ, ਉਹਨਾਂ ਦੇ ਚੋਜ ਨੇ। ਸਾਨੂੰ ਆਪਣੀ ਰਸਨਾ ਤੋਂ ਸੁਣਾਓ, ਅਸੀਂ ਤੁਹਾਡੀ ਰਸਨਾ ਤੋਂ ਸੁਣਨਾ ਚਾਹੁੰਦੇ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਸਾਧ ਸੰਗਤ ਜੀ, ਆਪਾਂ ਸਿੱਖ ਜਿਹੜੇ ਆ ਨਾ, ਆਪਾਂ ਜਦੋਂ ਬਹਿੰਦੇ ਹਾਂ ਤੇ ਆਪਾਂ ਕਹਿੰਦੇ ਹਾਂ ਸੁਣਾਓ ਫਿਰ ਨਵੀਂ ਤਾਜੀ। ਤੇ ਨਵੀਂ ਤਾਜੀ ਹੁੰਦੀ ਪਤਾ ਕੀ ਹੈ? ਨਿਰੀ ਨਿੰਦਾ ਚੁਗਲੀ, ਫਲਾਣਾ ਜੰਮ ਪਿਆ, ਫਲਾਣਾ ਮਰ ਗਿਆ, ਦੂਜਿਆਂ ਦੀ ਗੱਲਾਂ ਕਰਦੇ। ਜਿਹੜੇ ਪੁਰਾਤਨ ਸਿੱਖ ਸੀ ਉਹ ਇਹ ਗੱਲਾਂ ਨਹੀਂ ਸੀ ਕਰਦੇ, ਉਹ ਗੁਰੂ ਦੀਆਂ ਗੱਲਾਂ ਕਰਦੇ ਸੀ। ਸਾਖੀਆਂ ਸੁਣਦੇ ਸੀ, ਇਤਿਹਾਸ ਸੁਣਦੇ ਸੀ, ਬਾਣੀ ਸੁਣਦੇ ਸੀ, ਸ਼ਬਦ ਸੁਣਦੇ ਸੀ ਜਾਂ ਸੁਣਾਉਂਦੇ ਸੀ। ਜਿੱਥੇ ਬਹਿ ਕੇ ਗੱਲ ਕਰਨੀ ਗੁਰੂ ਦੀ ਕਰੋ, ਐਵੇਂ ਉਰਲੀਆਂ ਪਰਲੀਆਂ ਗੱਲਾਂ ਦਾ ਕੀ ਫਾਇਦਾ?
ਫੋਕੀਆਂ ਗੱਲਾਂ 'ਚੋਂ, ਝੂਠ 'ਚੋਂ, ਨਿੰਦਾ 'ਚੋਂ ਕੀ ਕੱਢੋਗੇ ਤੁਸੀਂ? ਗੁਰਸਿੱਖ ਬਣਨਾ ਕਿ ਨਾਸਤਿਕ ਮਨਮੁਖ ਬਣਨਾ? ਜੇ ਤੇ ਬਣਨਾ ਗੁਰਸਿੱਖ, ਫਿਰ ਤਾਂ ਜਦੋਂ ਵੀ ਗੱਲ ਛੇੜੋ ਗੁਰੂ ਦੀ ਛੇੜੋ। ਅਤੇ ਜੇ ਬਣਨਾ ਨਾਸਤਿਕ ਤੇ ਨਿੰਦਾ ਚੁਗਲੀ ਕਰੀ ਜੋ, ਅੰਦਰ ਗੰਦਗੀ ਭਰੀ ਜਾਣੀ ਹੈ। ਜਿਵੇਂ ਰੋਟੀ ਖਾਂਦੇ ਹਾਂ ਤਾਂ ਸਾਡੇ ਸਰੀਰ 'ਤੇ ਅਸਰ ਕਰਦੀ। ਚੰਗਾ ਖਾਣਾ ਖਾਓ, ਸਰੀਰ ਹੈਲਥੀ ਹੋ ਜਾਂਦਾ। ਖਾਣਾ ਖਰਾਬ ਖਾ ਲਓ ਅਤੇ ਸਰੀਰ ਬਿਮਾਰ ਹੋ ਜਾਂਦਾ। ਇੱਦਾਂ ਸਾਧ ਸੰਗਤ ਜੀ, ਚੰਗੇ ਵਿਚਾਰ ਸੁਣ ਲਓ, ਤੁਹਾਡੀ ਆਤਮਾ ਹੈਲਥੀ ਹੋ ਜਾਂਦੀ ਹੈ। ਮਾੜੇ ਵਿਚਾਰ ਸੁਣ ਲਓ, ਤੁਹਾਡੀ ਆਤਮਾ ਮੈਲੀ ਹੋ ਜਾਂਦੀ, ਬਿਮਾਰ ਹੋ ਜਾਂਦੀ। ਇਸ ਕਰਕੇ ਆਪਣੇ ਅੰਦਰ ਨੂੰ ਸ਼ਾਂਤ ਕਰਨ ਲਈ ਗੁਰੂ ਦੀ ਸਾਖੀ, ਗੁਰੂ ਦੇ ਬਚਨ ਸੁਣੀਦੇ ਨੇ। ਬਾਬਾ ਬੁੱਢਾ ਜੀ ਨੂੰ ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ, ਅੱਛਾ ਫਿਰ ਬਾਬਾ ਜੀ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਪਹਿਲੀ ਪਾਤਸ਼ਾਹੀ ਦੇ, ਸਾਨੂੰ ਉਹਨਾਂ ਦਾ ਇਤਿਹਾਸ ਸੁਣਾਓ। ਹਮਹਿ ਸੁਣਾਵਹੁ ਤਿਮ ਦੁਖ ਹਰਨੀ। ਉਹ ਕਥਾ ਬੜੀ ਪਿਆਰੀ ਹੋਵੇਗੀ ਜਿਹੜੀ ਤੁਸੀਂ ਸੁਣਾਓਗੇ, ਦੁੱਖਾਂ ਨੂੰ ਦੂਰ ਕਰੇਗੀ। ਸੁਣੀ ਅਪਰ ਨੇ ਕਿਸ ਤੇ ਕਾਨ। ਹਾਂ, ਸੁਣੀ ਅਪਰ ਨੇ ਕਿਸ ਤੇ ਕਾਨ। ਬਾਕੀਆਂ ਨੇ ਤਾਂ ਕੰਨਾਂ ਨਾਲ ਸੁਣੀ ਹੈ ਨਾ, ਜਿਹੜੇ ਇੱਥੇ ਬੈਠੀ ਹੈ ਸੰਗਤ, ਇਹਨਾਂ ਨੇ ਤਾਂ ਦੂਜਿਆਂ ਤੋਂ ਸੁਣੀ ਹੈ। ਹਾਂਜੀ, ਤੁਮ ਬਿਦਮਾਨ ਬਿਲੋਕਨ ਠਾਨ। ਤੁਸੀਂ ਅੱਖਾਂ ਨਾਲ ਦੇਖੀ ਹੈ। ਇੱਕ ਹੁੰਦੀ ਹੈ ਸੁਣੀ ਸੁਣਾਈ, ਇੱਕ ਹੁੰਦੀ ਹੈ ਦੇਖੀ ਹੋਈ। ਤੁਸੀਂ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਤੁਸੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਜਿਹੜਾ ਤੁਹਾਨੂੰ ਪਤਾ ਹੈ ਨਾ, ਉਹ ਸੁਣਨ ਵਾਲਿਆਂ ਨੂੰ ਨਹੀਂ ਪਤਾ। ਹਾਂਜੀ, ਉਹ ਪੁਰਾਤਨ ਪਰਮ ਪ੍ਰਵੀਨਾ। ਤੁਸੀਂ ਗੁਰੂ ਘਰ ਦੇ ਪੁਰਾਤਨ ਸਿੱਖ ਔਰ ਪਰਮ ਪ੍ਰਵੀਨ, ਮਹਾਨ ਵਿਦਵਾਨ, ਮਹਾਨ ਸਿਆਣੇ। ਬਾਬਾ ਬੁੱਢਾ ਜੀ ਤੁਸੀਂ ਬ੍ਰਹਮ ਗਿਆਨੀ ਹੋ। ਗੁਰ ਸਿੱਖੀ ਸ਼ਰਧਾ ਮਨ ਭੀਨਾ। ਤੇ ਗੁਰੂ ਕੀ ਸਿੱਖੀ ਵਿੱਚ ਤੁਹਾਡਾ ਮਨ ਭਿੱਜਾ ਹੋਇਆ ਹੈ। ਹਾਂਜੀ, ਸ਼੍ਰੀ ਹਰਗੋਬਿੰਦ ਕੇ ਬਚ ਸੁਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਦੇ ਬਚਨ ਬਾਬਾ ਬੁੱਢਾ ਜੀ ਨੇ ਸੁਣੇ। ਮੁਸਕਾਵਤ ਬੁੱਢਾ ਬਚਪਨੇ। ਤੇ ਬਾਬਾ ਬੁੱਢਾ ਜੀ ਮੁਸਕਰਾ ਕੇ ਹੱਸ ਕੇ ਕਹਿਣ ਲੱਗੇ, ਅੰਤਰਜਾਮੀ ਤੁਬ ਸਭ ਜਾਨੋ। ਹੇ ਸੱਚੇ ਪਾਤਸ਼ਾਹ ਤੁਸੀਂ ਤੇ ਜਾਣੀ ਜਾਣੋ, ਅੰਤਰਜਾਮੀ ਹੋ, ਸਭ ਜਾਣਦੇ ਹੋ, ਕਿਉਂਕਿ ਗੁਰੂ ਨਾਨਕ ਦੀ ਜੋਤ ਤੁਹਾਡੇ ਵਿੱਚ ਹੀ ਹੈ। ਹਾਂਜੀ, ਭੂਤ ਭਵਿੱਖਤ ਨਾਹੇ ਨਾ ਛਾਨੋ। ਤੁਹਾਡੇ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ। ਜੋ ਪਿੱਛੇ ਹੋ ਚੁੱਕਾ ਹੈ ਔਰ ਜੋ ਅੱਗੇ ਹੋਣਾ ਹੈ, ਉਹ ਸਾਰਾ ਤੁਸੀਂ ਜਾਣਦੇ ਹੋ। ਤੁਮ ਸੂਰਜ ਮੈਂ ਦੀਪ ਸਮਾਨੋ। ਮਹਾਰਾਜ 6ਵੇਂ ਪਾਤਸ਼ਾਹ ਜੀ ਤੁਸੀਂ ਸੂਰਜ ਹੋ ਤੇ ਮੈਂ ਦੀਵਾ ਹਾਂ। ਸੂਰਜ ਦੇ ਸਾਹਮਣੇ ਦੀਵਾ ਰੋਸ਼ਨੀ ਨਹੀਂ ਕਰ ਸਕਦਾ। ਤੁਸੀਂ ਤੇ ਆਪ ਪਰਮੇਸ਼ਰ ਹੋ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ। ਤੁਹਾਡੇ ਸਾਹਮਣੇ ਮੈਂ ਤੁਹਾਡੀ ਇਤਿਹਾਸ, ਹਿਸਟਰੀ, ਤੁਹਾਡਾ ਇਤਿਹਾਸ ਕਿਵੇਂ ਸੁਣਾਵਾਂ? ਕਿਆ ਮੈਂ ਕਰੂੰ ਪ੍ਰਕਾਸ਼ ਬਖਾਨੋ। ਮੈਂ ਕੀ ਮਹਾਰਾਜ ਪ੍ਰਕਾਸ਼ ਕਰ ਸਕਦਾ? ਸੂਰਜ ਦੇ ਸਾਹਮਣੇ ਦੀਵਾ ਕਿੰਨੀ ਕੁ ਰੋਸ਼ਨੀ ਕਰ ਸਕਦਾ ਹੈ? ਸਤਿਗੁਰ ਕੇ ਗੁਣ ਮਹਿਦ ਮਹਾਨੋ। ਆਪ ਜੀ ਜਾਣੀ ਜਾਣੋ, ਸਤਿਗੁਰੂ ਹੋ, ਤੇ ਸਤਿਗੁਰੂ ਦੀ ਮਹਿਮਾ ਤਾਂ ਬਹੁਤ ਵੱਡੀ ਹੁੰਦੀ ਹੈ। ਗੁਰ ਕੀ ਮਹਿਮਾ ਕਿਆ ਕਹੋ, ਗੁਰ ਵਿਵੇਕ ਸਤ ਸਰ। ਉਹ ਆਦਿ ਜੁਗਾਦੀ ਜੁਗਾ ਜੁਗ ਪੂਰਾ ਪਰਮੇਸ਼ਰ। ਹੁਣ ਪਰਮੇਸ਼ਰ ਦੀ ਕਥਾ ਕੌਣ ਕਹਿ ਸਕਦਾ ਹੈ? ਮਮ ਮਤ ਲਗ ਕੈਸੇ ਤਿਸ ਜਾਨੋ। ਸਤਿਗੁਰੂ ਜੀ ਮੇਰੀ ਮਤ ਥੋੜ੍ਹੀ ਹੈ। ਗੁਰੂ ਨਾਨਕ ਸਾਹਿਬ ਦੀ ਮਹਿਮਾ ਬਹੁਤ ਵੱਡੀ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਕਿਮ ਸੁਖਤਾ ਤੇ ਸਿੰਧ ਉਲੀਚੋਂ। ਮੈਂ ਮਹਾਰਾਜ ਸਿੱਪੀ ਦੇ 'ਚ ਸਮੁੰਦਰ ਨਹੀਂ ਉਲੀਚ ਸਕਦਾ। ਸਿੱਪੀ ਦੇ 'ਚ ਸਮੁੰਦਰ ਨਹੀਂ ਆ ਸਕਦਾ। ਗੁਰੂ ਨਾਨਕ ਸਮੁੰਦਰ ਹੈ, ਮੇਰੀ ਬੁੱਧੀ ਸਿੱਪੀ ਦੇ ਸਮਾਨ ਛੋਟੀ ਹੈ। ਕਿਮ ਕਰ ਛਾਦੋਂ ਭਾਨ ਮਰੀਚੋ। ਮਹਾਰਾਜ ਸੂਰਜ ਦੀਆਂ ਕਿਰਨਾਂ ਨੂੰ ਮੈਂ ਕਿਵੇਂ ਲੁਕਾ ਲਵਾਂ, ਛੁਪਾ ਲਵਾਂ। ਸੁਨ ਸਤਿਗੁਰ ਬੋਲੇ ਹਮ ਜਾਣੈ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਬੋਲੇ, ਕਹਿਣ ਲੱਗੇ, ਬਾਬਾ ਜੀ ਅਸੀਂ ਜਾਣਦੇ ਹਾਂ। ਜਿਵੇਂ ਤੁਮ ਭਖ ਹੋ ਤਥਾ ਪਛਾਨੈ। ਜਿਵੇਂ ਤੁਸੀਂ ਕਹਿੰਦੇ ਹੋ ਇਸੇ ਤਰ੍ਹਾਂ ਹੀ ਹੈ, ਸਾਨੂੰ ਸਭ ਪਤਾ ਹੈ। ਸਭ ਕੁਛ ਹਮਰੇ ਗਿਆਤ ਜਦਾਪੀ। ਭਾਵੇਂ ਸਾਨੂੰ ਸਾਰਾ ਪਤਾ ਹੈ, ਸਾਰਾ ਗਿਆਨ ਹੈ ਸਾਨੂੰ ਗੁਰੂ ਨਾਨਕ ਦੀ ਮਹਿਮਾ ਦਾ। ਸੁਣਿਓ ਚਾਹੇ ਤਬ ਬਦਨ ਤਦਾਪੀ। ਫਿਰ ਵੀ ਅਸੀਂ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ। ਆਖੋ ਸਤਿਨਾਮ ਸ੍ਰੀ। ਪਤਾ ਸਾਨੂੰ ਸਾਰਾ ਹੀ ਹੈ, ਕਿਉਂਕਿ ਜੋਤ ਗੁਰੂ ਨਾਨਕ ਤੇ ਗੁਰੂ ਹਰਗੋਬਿੰਦ ਸਾਹਿਬ ਜੋਤ ਤਾਂ ਇੱਕੋ ਹੀ ਹੈ। ਪਰ ਫਿਰ ਵੀ ਆਨੰਦ ਲੈਣਾ।
ਆਪਣੇ ਪਿਆਰੇ ਸਤਿਗੁਰੂ ਨਾਨਕ ਦੀਆਂ ਗੱਲਾਂ ਸੁਣ ਕੇ ਅਸੀਂ ਆਨੰਦ ਮਾਣਨਾ। ਆਹ ਸੰਗਤਾਂ ਵੀ ਸੁਣ ਲੈਣਗੀਆਂ, ਜਿਹੜੇ ਨਹੀਂ ਜਾਣਦੇ ਉਹ ਵੀ ਜਾਣ ਲੈਣਗੇ। ਅਸੀਂ ਤੁਹਾਡੇ ਮੁਖ ਤੋਂ ਸੁਣਨਾ ਚਾਹੁੰਦੇ ਹਾਂ। ਹਾਂਜੀ, ਸਤਿਗੁਰ ਕੇ ਨਿਤ ਸਨਮੁਖ ਰਹਿਓ। ਆਪ ਜੀ ਗੁਰੂ ਨਾਨਕ ਦੇਵ ਜੀ ਦੇ ਸਨਮੁਖ ਰਹੇ ਹੋ, ਗੁਰੂ ਬਾਬਾ ਜੀ ਦੀ ਸੰਗਤ ਕੀਤੀ ਹੈ, ਗੁਰੂ ਬਾਬਾ ਜੀ ਦੇ ਨਾਲ ਰਹੇ ਹੋ। ਹਾਂਜੀ, ਕਰਨੀ ਜੁਗਤ ਸੁਭਾਵ ਸੋ ਲਹਿਓ। ਸਤਿਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਦੀ ਕਰਨੀ ਵੀ ਜਾਣਦੇ, ਉਹਨਾਂ ਦਾ ਸੁਭਾਅ ਵੀ ਜਾਣਦੇ ਹੋ। ਹਾਂਜੀ, ਜਾਂ ਤੇ ਸਭੂ ਵਰਣਨ ਕਰੀਐ। ਸਾਰੀ ਕਥਾ ਆਪ ਕਿਰਪਾ ਕਰਕੇ ਸੁਣਾਓ ਵੀ ਮੇਰੇ ਗੁਰੂ ਨਾਨਕ ਕਿਹੋ ਜਿਹੇ ਹਨ, ਕੈਸਾ ਸੁਭਾਅ ਸੀ, ਕਿਹੋ ਜਿਹਾ ਰੂਪ ਰੰਗ ਸੀ, ਕਿਹੋ ਜਿਹੀ ਕੱਦ ਕਾਠੀ ਸਰੀਰ ਦੀ, ਕਿੱਦਾਂ ਦੇ ਬੋਲ ਸਨ, ਕਿੱਦਾਂ ਦੀ ਕਲਾ ਸੀ, ਕਿੱਦਾਂ ਦੀ ਰਹਿਮਤ ਸੀ, ਦੱਸੋ ਕਿਰਪਾ ਕਰਕੇ। ਹਾਂਜੀ, ਹਮਰੇ ਔਰ ਪ੍ਰਸੰਨਤਾ ਧਰੀਐ। ਬਾਬਾ ਜੀ ਸਾਡਾ ਮਨ ਖੁਸ਼ ਹੋਵੇਗਾ ਜਦੋਂ ਅਸੀਂ ਗੁਰੂ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਤੁਹਾਡੇ ਤੋਂ ਸੁਣਾਂਗੇ। ਸੁਨ ਭਾਈ ਬਿਰਧ ਪਰਮ ਸਿਆਣਾ। ਇਹ ਸੁਣ ਕੇ ਬਾਬਾ ਬੁੱਢਾ ਜੀ ਜੋ ਪਰਮ ਵਿਦਵਾਨ, ਬਹੁਤ ਸਿਆਣੇ ਸਾਧ ਸੰਗਤ ਜੀ, ਜਿਵੇਂ ਪਾਣੀ ਦੀ ਹੱਦ ਸਮੁੰਦਰ ਹੈ ਤੇ ਪ੍ਰਕਾਸ਼ ਦੀ ਹੱਦ ਸੂਰਜ ਹੈ, ਇੱਦਾਂ ਸਾਧ ਸੰਗਤ ਜੀ ਗਿਆਨ ਦੀ ਹੱਦ ਬਾਬਾ ਬੁੱਢਾ ਜੀ ਹਨ। ਆਖੋ ਸ੍ਰੀ ਵਾਹਿਗੁਰੂ। ਬਾਬਾ ਬੁੱਢਾ ਜੀ ਤੋਂ ਵੱਧ ਕੇ ਬ੍ਰਹਮ ਗਿਆਨੀ ਕੌਣ ਹੋ ਸਕਦਾ? ਗੁਰੂ ਨਾਨਕ ਸਾਹਿਬ ਨੇ ਆਖਿਆ, ਬੁੱਢਿਆ ਮੈਂ ਤੇਰੇ ਤੋਂ ਓਹਲੇ ਨਹੀਂ ਹੋਣਾ, ਸਾਰਾ ਹੀ ਗਿਆਨ ਦੇਤਾ। ਹਾਂਜੀ, ਲਗਿਓ ਵਿਚਾਰਨ ਕਰ ਕਰ ਧਿਆਨਾ। ਬਾਬਾ ਬੁੱਢਾ ਜੀ ਧਿਆਨ ਲਾ ਕੇ ਬੈਠ ਗਏ ਨੇ ਤੇ ਗੁਰੂ ਮਹਾਰਾਜ ਦੀ, ਗੁਰੂ ਨਾਨਕ ਦੇਵ ਜੀ ਦੀ ਮੂਰਤ ਨੂੰ, ਉਹਨਾਂ ਦੇ ਸਰੂਪ ਨੂੰ ਆਪਣੇ ਧਿਆਨ ਵਿੱਚ ਲਿਆ ਰਹੇ ਨੇ। ਕੋ ਜੁਗਤ ਗੁਰੂ ਕੀ ਕਹੋ। ਤੇ ਕਹਿੰਦੇ, ਮਹਾਰਾਜ ਮੈਂ ਗੁਰੂ ਨਾਨਕ ਦੀ ਕਿਹੜੀ ਕਿਹੜੀ ਗੱਲ ਕਵਾਂ, ਕਿਹੜੀ ਕਿਹੜੀ ਜੁਗਤ ਕਵਾਂ। ਉਹਨਾਂ ਦਾ ਇੱਕ ਗੁਣ ਹੋਵੇ ਤੇ ਮੈਂ ਕਹਿ ਦਿਆਂ, ਉਹਨਾਂ ਦੇ ਗੁਣਾਂ ਦਾ ਅੰਤ ਕੋਈ ਨਹੀਂ। ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵਡਦਾਣਾ, ਕਰ ਮਿਹਰ ਅੰਮ੍ਰਿਤ ਸਾਈ। ਕਿਰਪਾ ਕੀਜੈ ਸਾਮਤ ਦੀਜੈ, ਆਠ ਪੈਰ ਤੁਧ ਧਿਆਈ। ਇਸ ਤਰ੍ਹਾਂ ਮਹਾਰਾਜ ਤੁਸੀਂ ਬੇਅੰਤ ਹੋ ਤੇ ਮੇਰੀ ਬੁੱਧੀ ਛੋਟੀ ਹੈ। ਮੈਂ ਅਜਾਨਗਤ ਸਭ ਕਿਮ ਲਹੋ। ਹੇ ਗੁਰੂ ਨਾਨਕ ਦੇਵ ਜੀ, ਮੈਂ ਅਣਜਾਣ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਹੀਂ ਜਾਣ ਸਕਦਾ, ਤੁਹਾਡੇ ਸਾਰੇ ਕੌਤਕਾਂ ਨੂੰ ਨਹੀਂ ਬਿਆਨ ਕਰ ਸਕਦਾ। ਇਮ ਚਿਤ ਵਨ ਕਰ ਕਰ ਮਤ ਮਥਾ। ਇੱਦਾਂ ਬਾਬਾ ਜੀ ਨੇ ਨਾ ਅਰਦਾਸ ਮਨ ਵਿੱਚ ਕੀਤੀ। ਸਾਧ ਸੰਗਤ ਜੀ, ਗੁਰੂ ਦੀ ਕੋਈ ਵੀ ਗੱਲ ਸੁਣਾਈਏ ਤੇ ਅਰਦਾਸ ਕਰੀਏ ਵੀ ਮਹਾਰਾਜ ਆਪ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਆਪਣੀ ਸੋਭਾ ਕਰਵਾ ਲਓ। ਤੇ ਜੇ ਅਸੀਂ ਕਰੀਏ ਸਾਡੇ ਤੋਂ ਨਹੀਂ ਹੋਣੀ। ਸਾਡੇ 'ਚ ਤਾਂ ਇੰਨਾ ਬਲ ਹੀ ਨਹੀਂ, ਬੋਲ ਹੀ ਨਹੀਂ ਸਕਦੇ, ਮੂੰਹ ਤੋਂ ਇੱਕ ਅੱਖਰ ਵੀ ਨਹੀਂ ਨਿਕਲ ਸਕਦਾ। ਤੁਹਾਡੀ ਕਿਰਪਾ ਨਾਲ ਤੁਹਾਡੀ ਮਹਿਮਾ ਹੋ ਸਕਦੀ। ਇੱਦਾਂ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਧਿਆਨ ਲਾਇਆ, ਆਪਣੇ ਮਨ ਨੂੰ ਮਥਨ ਕੀਤਾ। ਮਥਾ ਮੈਨੇ ਜਿਵੇਂ ਮਧਾਣੀ ਪਾ ਕੇ ਰਿੜਕੀਏ ਨਾ ਦੁੱਧ ਨੂੰ, ਦਹੀਂ ਨੂੰ, ਤੇ ਵਿੱਚੋਂ ਮੱਖਣ ਨਿਕਲ ਆਉਂਦਾ। ਤੇ ਜੇ ਹੋਵੇ ਹੀ ਦੁੱਧ, ਹੋਵੇ ਹੀ ਨਾ ਹੋਵੇ ਹੀ ਪਾਣੀ, ਲੱਸੀ, ਤੇ ਉਹਦੇ 'ਚੋਂ ਮੱਖਣ ਥੋੜ੍ਹਾ ਨਿਕਲਣਾ, ਦੁੱਧ 'ਚੋਂ ਦਹੀਂ 'ਚੋਂ ਨਿਕਲਣਾ। ਸਾਡੇ ਵਰਗਿਆਂ 'ਚੋਂ ਕੀ ਨਿਕਲਣਾ? ਨਿੰਦਾ ਚੁਗਲੀ। ਸਾਨੂੰ ਕੋਈ ਪੁੱਛੇ ਗੁਰੂ ਨਾਨਕ ਦੀ ਗੱਲ ਸੁਣਾਓ ਤੇ ਅਸੀਂ ਥੋੜ੍ਹਾ ਸੁਣਾਣੀ, ਅਸੀਂ ਤਾਂ ਫਿਰ ਇੱਧਰ ਉੱਧਰ ਦੀਆਂ ਸੁਣਾਣੀਆਂ। ਉਹ ਫਲਾਣਾ ਜੰਮ ਪਿਆ, ਫਲਾਣਾ ਮਰ ਗਿਆ, ਫਲਾਣੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਟੁੱਟ ਗਈ, ਉਹ ਇੱਦਾਂ ਹੋ ਗਿਆ, ਉਹ ਉੱਦਾਂ ਹੋ ਗਿਆ, ਚਲੋ ਜੀ ਟਾਈਮ ਪਾਸ। ਸਾਡੇ ਅੰਦਰੋਂ ਜੋ ਉਹੀ ਨਿਕਲਣਾ, ਜੋ ਜੀ ਹੋਏ ਸੋ ਉਗਵੈ, ਜੋ ਇੱਥੇ ਹੈ ਉਹ ਨਿਕਲਣਾ, ਨਿੰਦਾ ਚੁਗਲੀ ਨਿਕਲਣੀ। ਬਾਬਾ ਬੁੱਢਾ ਜੀ ਦੇ ਅੰਦਰ ਉਹ ਮੱਖਣ ਪਿਆ ਸੀਗਾ, ਉਹਨਾਂ ਨੇ ਧਿਆਨ ਦੀ ਮਧਾਣੀ ਪਾ ਕੇ ਕੱਢਿਆ ਤੇ ਲੱਗੇ ਹਨ ਦੱਸਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਪਹਿਲੀ ਪਾਤਸ਼ਾਹੀ ਦੀ ਮਹਿਮਾ, ਉਹਨਾਂ ਦੇ ਗੁਣਾਂ ਦਾ ਬਖਿਆਨ ਕਰਨ ਲੱਗੇ ਹਨ। ਹਿਰਦੇ ਪ੍ਰਕਾਸ਼ੀ ਅਦਭੁਤ ਕਥਾ। ਆਹ ਜਦੋਂ ਬਾਬਾ ਜੀ ਧਿਆਨ ਲਾ ਕੇ ਬੈਠੇ ਨੇ ਤੇ ਫਿਰ ਅਦਭੁਤ ਕਥਾ ਅੰਦਰੋਂ ਪ੍ਰਗਟ ਹੋਈ ਹੈ, ਅਸਚਰਜ ਕਥਾ ਪ੍ਰਗਟ ਹੋਈ ਹੈ। ਹਾਂਜੀ, ਸ਼੍ਰੀ ਹਰਗੋਬਿੰਦ ਦਿਸ਼ਾ ਨਿਹਾਰਾ। ਤੇ ਫਿਰ ਬਾਬਾ ਜੀ ਨੇ ਆਪਣੇ ਨੇਤਰ ਖੋਲ੍ਹੇ ਤੇ 6ਵੇਂ ਪਾਤਸ਼ਾਹ ਵੱਲ ਵੇਖਿਆ
ਸੁਨਹੁ ਗੁਰੂ ਇਮ ਬਾਕ ਉਚਾਰਾ। ਤੇ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਸੁਣੋ। ਹਾਂਜੀ, ਸ਼੍ਰੀ ਬਾਬਾ ਨਾਨਕ ਅਵਤਾਰ। ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦਾ ਅਵਤਾਰ ਸਨ। ਅਕਾਲ ਪੁਰਖ ਨਿਰੰਕਾਰ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਪਰਮੇਸ਼ਰ ਆਪ ਹੀ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਆਇਆ ਹੈ। ਹਾਂਜੀ, ਸੁਤਹਿ ਪ੍ਰਕਾਸ਼ੀ ਕਰਨੀ ਸਾਰ। ਉਹ ਸੁਤੇ ਹੀ ਆਪਣੇ ਆਪ ਤੋਂ ਹੀ ਗਿਆਨਵਾਨ ਸਨ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਸੁਤੇ ਹੀ ਪ੍ਰਕਾਸ਼ ਰੂਪ ਸਨ। ਅਵਤਾਰ ਜਿਸ ਨੇ ਧਾਰਿਆ ਉਸੇ ਦਿਨ ਤੋਂ ਹੀ ਗੁਰੂ ਸਨ ਉਹ। ਹਾਂਜੀ, ਜਨਮਤ ਹੀ ਅਜ਼ਮਤ ਬਿਦਤਾਈ। ਉਹਨਾਂ ਨੇ ਜੰਮਦਿਆਂ ਹੀ ਆਪਣੀ ਕਲਾ ਦਿਖਾ ਦਿੱਤੀ। ਜਦੋਂ ਪ੍ਰਕਾਸ਼ ਹੋਇਆ 1526 ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਾਤਾ ਤ੍ਰਿਪਤਾ ਜੀ ਦੇ ਉਧਰ ਤੋਂ ਜਿਹੜੇ ਕਮਰੇ 'ਚ ਜਨਮ ਹੋਇਆ, ਅਵਤਾਰ ਹੋਇਆ, 8 ਦੀਵੇ ਬਾਲੇ ਹੋਏ ਸਨ ਘਿਓ ਦੇ, ਦੇਸੀ ਘਿਓ ਦੇ 8 ਦੀਵੇ। ਰਾਤ 2 ਵਜੇ ਦਾ ਟਾਈਮ ਸੀ, ਅੰਮ੍ਰਿਤ ਵੇਲੇ ਦਾ। 1-2 ਵਜੇ ਦੇ ਵਿਚਕਾਰ ਅੰਮ੍ਰਿਤ ਵੇਲਾ। ਪਿਛਲੀ ਰਾਤ ਢਲ ਗਈ ਜਦੋਂ ਹੁੰਦੀ ਹੈ, ਦੂਜਾ ਪਹਿਰ ਸ਼ੁਰੂ ਹੋ ਜਾਂਦਾ, ਤੀਜਾ ਅੰਮ੍ਰਿਤ ਵੇਲਾ। ਤੇ 8 ਦੀਵੇ ਘਿਓ ਦੇ 8 ਦਿਸ਼ਾਵਾਂ 'ਚ ਬਾਲੇ ਹੋਏ, ਅੰਦਰ ਪ੍ਰਕਾਸ਼ ਕੀਤਾ ਤੇ ਦੌਲਤਾਂ ਦਾ ਹੀ ਸੇਵਾ ਕਰ ਰਹੀ ਸੀ। ਹੋਰ ਨਾਲ ਦਾਸੀਆਂ ਸਨ। ਜਦੋਂ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ 8 ਦੀਵਿਆਂ ਦੀ ਰੋਸ਼ਨੀ ਮੱਧਮ ਪੈ ਗਈ ਤੇ ਨੂਰ ਮਹਾਰਾਜ ਦਾ ਸਾਰੇ ਪਾਸੇ ਪਸਰ ਗਿਆ। ਦੌਲਤਾਂ ਕਹਿਣ ਲੱਗੀ ਮੇਰੇ ਹੱਥੋਂ ਬੜੇ ਬੱਚੇ ਜਨਮ ਲਿਆ, ਇਹੋ ਜਿਹਾ ਬੱਚਾ ਨਹੀਂ ਜਨਮਿਆ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਦੌਲਤਾਂ ਨੂੰ ਦਰਸ਼ਨ ਹੋਏ ਹੈ। ਤੇ ਕਈ ਜਿਹੜੇ ਸ਼ਰਧਾ ਵਾਲੇ ਮੁਸਲਮਾਨ ਨੇ ਨਾ, ਉਹ ਕਹਿੰਦੇ ਸਿੱਖੋ ਗੁਰੂ ਤੇ ਤੁਸੀਂ ਆਪਣਾ ਬਣਾਇਆ ਗੁਰੂ ਨਾਨਕ ਨੂੰ, ਪਰ ਦਰਸ਼ਨ ਤੇ ਸਾਡੀ ਦੌਲਤਾਂ ਨੇ ਪਹਿਲਾਂ ਕੀਤੇ ਸੀ। ਮੁਸਲਮਾਨ ਨਹੀਂ ਸੀ ਉਹ, ਦੌਲਤਾਂ ਦਾ। ਸਾਨੂੰ ਪਹਿਲਾਂ ਦਰਸ਼ਨ ਹੋਏ। ਫਿਰ ਰਾਏ ਬੁਲਾਰ ਮੁਸਲਮਾਨ ਸੀ, ਜਿਹਨੇ ਮਹਾਰਾਜ ਨੂੰ ਪਛਾਣ ਲਿਆ ਵੀ ਅਵਤਾਰ ਹਨ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅਵਤਾਰ ਧਾਰਿਆ। ਸਗਰੇ ਜਗ ਮਹਿ ਮਹਿਮਾ ਛਾਈ। ਬਸ ਥੋੜ੍ਹੇ ਸਮੇਂ ਵਿੱਚ ਉਹਨਾਂ ਦੀ ਮਹਿਮਾ ਸਾਰੀ ਦੁਨੀਆ 'ਚ ਪਸਰ ਗਈ। ਜਿਹਨੇ ਵੀ ਇੱਕ ਵਾਰੀ ਗੁਰੂ ਨਾਨਕ ਦਾ ਨਾਂ ਸੁਣ ਲਿਆ ਉਹ ਗੁਰੂ ਨਾਨਕ ਦਾ ਹੀ ਬਣ ਗਿਆ। ਮਤ ਮੰਦਨ ਕੋ ਪੰਥ ਬਤਾਇਓ। ਜਿਹੜੇ ਖੋਟੀ ਬੁੱਧੀ ਵਾਲੇ ਸਨ ਉਹਨਾਂ ਨੂੰ ਸੱਚਾ ਰਾਹ ਦੱਸਿਆ। ਸੰਤਨ ਕੋ ਉਪਦੇਸ਼ ਦ੍ਰਿੜਾਇਓ। ਸੰਤਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦ੍ਰਿੜ ਕਰਾਇਆ। ਮੀਰ ਪੀਰ ਤੁਰਕਨ ਕੇ ਸਾਰੇ। ਉਹ ਮੀਰਾਂ ਦੇ ਮੀਰ ਸੀ ਤੇ ਪੀਰਾਂ ਦੇ ਪੀਰ ਸੀ। ਉਹ ਰਾਜਿਆਂ ਮਹਾਰਾਜਿਆਂ ਨੂੰ ਵੀ ਉਪਦੇਸ਼ ਦਿੱਤਾ। ਬਾਬਰ ਵਰਗੇ ਬਾਦਸ਼ਾਹ ਦੇ ਕੰਨ ਖਿੱਚ ਦਿੱਤੇ। ਬਾਬਰ ਨੂੰ ਮੂੰਹ ਤੇ ਜਾਬਰ ਕਹਿ ਦੇਣਾ ਇਹ ਗੁਰੂ ਨਾਨਕ ਦੀ ਜੁਰਤ ਸੀ। ਤੇ ਸਿਕੰਦਰ ਲੋਧੀ ਵਰਗੇ ਬਾਦਸ਼ਾਹ ਨੂੰ ਜਦੋਂ ਦਿੱਲੀ 'ਚ ਮਰਿਆ ਹੋਇਆ ਹਾਥੀ ਜਿੰਦਾ ਕੀਤਾ, ਉੱਥੇ ਸਿਕੰਦਰ ਲੋਧੀ ਨੂੰ ਪਹਿਲਾਂ ਦਰਸ਼ਨ ਦਿੱਤੇ, ਫਿਰ ਬਾਅਦ 'ਚ ਬਾਬਰ ਨੂੰ ਦਰਸ਼ਨ ਦਿੱਤੇ। ਤੇ ਰੂਮ ਦੇਸ਼ ਵਿੱਚ ਜਾ ਕੇ ਕਾਰੂ ਬਾਦਸ਼ਾਹ ਨੂੰ ਸਿੱਧੇ ਰਾਹ ਪਾਤਾ। ਮੀਰਾਂ ਦੇ ਬਾਦਸ਼ਾਹਾਂ ਦੇ ਗੁਰੂ ਤੇ ਸੰਤਾਂ ਫਕੀਰਾਂ ਦੇ ਗੁਰੂ, ਜੋਗੀਆਂ ਦੇ ਗੁਰੂ ਤੇ ਲਾਲੋ ਵਰਗੇ ਗਰੀਬ ਤਖਾਣਾਂ ਦੇ ਵੀ ਗੁਰੂ। ਲਾਲੋ ਗਰੀਬ ਜਿਹਦੇ ਘਰ ਕੋਧਰੇ ਦੀ ਰੁੱਖੀ ਰੋਟੀ 1 ਮਹੀਨਾ ਭਰ ਖਾਧੀ, ਉਹਦੇ ਘਰ ਵੀ ਬੈਠੇ ਨੇ ਤੇ ਬਾਦਸ਼ਾਹ ਦੇ ਘਰ ਵੀ ਬੈਠੇ ਨੇ। ਆਪਣੀ ਬਿਰਤੀ 'ਚ ਕੋਈ ਫਰਕ ਨਹੀਂ, ਦੂਜਿਆਂ ਦੀ ਬਿਰਤੀ ਆਪਣੇ ਵਰਗੀ ਬਣਾਤੀ। ਸਭ ਤੇ ਵੱਡਾ ਸਤਿਗੁਰੂ ਨਾਨਕ। ਇਹੋ ਜਿਹੇ ਸਤਿਗੁਰੂ ਦੀ ਮਹਿਮਾ ਬਾਬਾ ਬੁੱਢਾ ਜੀ ਸੁਣਾਉਣਗੇ। ਕੱਲ੍ਹ ਦੇ ਪ੍ਰਕਰਨਾਂ 'ਚ ਆਪਾਂ ਸਰਵਣ ਕਰਾਂਗੇ।